ਹੈਲੋ ਫਰੈਂਡਸ, ਵੈਲਕਮ ਬੈਕ ਟੂ ਆਵਰ YouTube ਚੈਨਲ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪੜਾਂਗੇ ਕੌਨਸਟੀਟਿਊਸ਼ਨੈਲਿਟੀ ਆਫ ਡੈਲੀਗੇਟਡ ਲੈਜਿਸਲੇਸ਼ਨ। ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅਸੀਂ ਨੇ ਪੜ੍ਹਿਆ ਡੈਲੀਗੇਟਡ ਲੈਜਿਸਲੇਸ਼ਨ ਦਾ ਮੀਨਿੰਗ, ਗਰੋਥ। ਜਿਵੇਂ ਕਿ ਮੀਨਿੰਗ ਅਸੀਂ ਨੇ ਪੜ੍ਹਿਆ ਹੈ ਕਿ ਜਦੋਂ ਕੋਈ ਇੱਕ ਅਥਾਰਟੀ ਕਿਸੇ ਦੂਸਰੀ ਅਥਾਰਟੀ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਦਿੰਦੀ ਹੈ, ਇਸ ਨੂੰ ਡੈਲੀਗੇਟਡ ਲੈਜਿਸਲੇਸ਼ਨ ਕਿਹਾ ਜਾਂਦਾ ਹੈ। ਜਿਵੇਂ ਕਿ ਵਿਧਾਨ ਪਾਲਕ ਹੈ, ਠੀਕ ਹੈ, ਉਸਦੇ ਕੋਲ ਕਾਨੂੰਨ ਬਣਾਉਣ ਦੀ ਅਥਾਰਟੀ ਹੈ, ਠੀਕ ਹੈ। ਜਦੋਂ ਉਹ ਕੁਝ ਸ਼ਕਤੀ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਕਿਸੇ ਨੂੰ ਦਿੰਦੀ ਹੈ, ਠੀਕ ਹੈ, ਇਸ ਨੂੰ ਕੀ ਕਿਹਾ ਜਾਊਗਾ? ਡੈਲੀਗੇਟਡ ਲੈਜਿਸਲੇਸ਼ਨ ਕਿਹਾ ਜਾਊਗਾ। ਇਸ ਨੂੰ ਸਬ ਡੈਲੀਗੇਟਡ ਲੈਜਿਸਲੇਸ਼ਨ ਵੀ ਕਿਹਾ ਜਾ ਸਕਦਾ ਹੈ, ਠੀਕ ਹੈ ਜੀ। ਇਸ ਦੇ ਬਹੁਤ ਜ਼ਿਆਦਾ ਰੀਜਨ ਸੀਗੇ ਜਿਨ੍ਹਾਂ ਕਰਕੇ ਇਸ ਦੀ ਗਰੋਥ ਹੋਈ। ਜਿਵੇਂ ਕਿ ਸੰਸਦ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਮਤਲਬ ਕਾਨੂੰਨ ਬਣਾਉਣ ਦਾ, ਜਿਸ ਦੇ ਕਾਰਨ ਇਹਨਾਂ ਨੂੰ ਸੌਖਾ ਹੋਇਆ। ਅਤੇ ਐਮਰਜੈਂਸੀ, ਫਲੈਕਸੀਬਿਲਿਟੀ, ਠੀਕ ਹੈ, ਇਸ ਪ੍ਰਕਾਰ ਦੇ ਪੁਆਇੰਟ ਸੀਗੇ ਜਿਨ੍ਹਾਂ ਕਾਰਨ ਇਸ ਦਾ ਗਰੋਥ ਹੋਇਆ। ਹੁਣ ਅਸੀਂ ਇਸ ਦੀ ਪੜ੍ਹਦੇ ਹਾਂ ਕਿ ਡੈਲੀਗੇਟਡ ਲੈਜਿਸਲੇਸ਼ਨ ਦੀ ਸੰਵਿਧਾਨਕਤਾ। ਇਸ ਦਾ ਮੂਲ ਰੂਪ ਵਿੱਚ ਮਤਲਬ ਉਹ ਸੀਮਾਵਾਂ ਹਨ ਜੋ ਕਿਸੇ ਕੰਟਰੀ ਦੇ ਸੰਵਿਧਾਨ ਦੇ ਅੰਦਰ ਪ੍ਰਵਾਨਿਤ ਹਨ, ਜਿਸ ਰਾਹੀਂ ਵਿਧਾਨ ਸਭਾ ਆਪਣੇ ਸਾਰੇ ਅਧਿਕਾਰਾਂ ਨਾਲ ਆਪਣੀ ਰਾਜ ਕਰਨ ਦੀ ਸ਼ਕਤੀ ਨੂੰ ਪ੍ਰਸ਼ਾਸਨ ਦੀਆਂ ਹੋਰ ਏਜੰਸੀਆਂ ਨੂੰ ਸੌਂਪ ਸਕਦੀ ਹੈ। ਸਰਕਾਰ ਦੀ ਸ਼ਕਤੀ ਵਧਾਉਣ ਦਾ ਉਦੇਸ਼ ਸਮਾਜਿਕ ਆਰਥਿਕ ਸਮੱਸਿਆਵਾਂ ਨਾਲ ਨਜਿੱਠਣਾ ਹੈ। ਮਤਲਬ ਇਸ ਦਾ ਮਤਲਬ ਇਹ ਹੈ ਕਿ ਵੱਖ-ਵੱਖ ਕੰਟਰੀਆਂ ਦੇ ਵਿੱਚ ਕਿਸ ਪ੍ਰਕਾਰ ਦੀ ਸਥਿਤੀ ਹੈ ਡੈਲੀਗੇਟਡ ਲੈਜਿਸਲੇਸ਼ਨ ਦੀ, ਕਿ ਉਹਨਾਂ ਦੇ ਸੰਵਿਧਾਨ ਦੇ ਵਿੱਚ ਕਿਸ ਪ੍ਰਕਾਰ ਦਾ ਪ੍ਰੋਵੀਜ਼ਨ ਨੇ ਜਿਨ੍ਹਾਂ ਦੇ ਕਾਰਨ ਕੀ ਹੈ ਡੈਲੀਗੇਟਡ ਲੈਜਿਸਲੇਸ਼ਨ ਉੱਥੇ ਹੈਗੀ ਵੀ ਹੈ ਜਾਂ ਡੈਲੀਗੇਟਡ ਲੈਜਿਸਲੇਸ਼ਨ ਨਹੀਂ ਹੈ, ਠੀਕ ਹੈ। ਸਭ ਤੋਂ ਪਹਿਲਾਂ ਹੁਣ ਅਸੀਂ ਪੜ੍ਹਦੇ ਹਾਂ ਪੋਜੀਸ਼ਨ ਇਨ USA, ਕਿ USA ਦੇ ਵਿੱਚ ਕਿਸ ਪ੍ਰਕਾਰ ਦੀ ਪੋਜੀਸ਼ਨ ਹੈ। ਦੋ ਕਾਰਨਾਂ ਕਰਕੇ USA ਦੇ ਕੌਨਸਟੀਟਿਊਸ਼ਨ ਵਿੱਚ ਸਿਧਾਂਤਕ ਤੌਰ 'ਤੇ ਡੈਲੀਗੇਟਡ ਲੈਜਿਸਲੇਸ਼ਨ ਕਾਨੂੰਨ ਦੀ ਆਗਿਆ ਨਹੀਂ ਹੈ। ਇਸ ਤੋਂ ਪਤਾ ਲੱਗਦਾ ਕਿ ਜਿਹੜੀ USA ਦੇ ਵਿੱਚ ਸਥਿਤੀ ਹੈ ਨਾ, ਉੱਥੇ ਡੈਲੀਗੇਟਡ ਲੈਜਿਸਲੇਸ਼ਨ ਨਹੀਂ ਹੈ, ਠੀਕ ਹੈ। ਕਿਉਂਕਿ ਉੱਥੇ ਇਹਨਾਂ ਨੇ ਆਪਾਂ ਨੂੰ ਦੋ ਪ੍ਰਕਾਰ ਦੇ ਕਾਰਨ ਦੱਸੇ ਨੇ। ਸਭ ਤੋਂ ਪਹਿਲਾਂ ਤਾਂ ਹੈਗਾ ਸਪਰੇਸ਼ਨ ਆਫ ਪਾਵਰ, ਅਤੇ ਉਸ ਤੋਂ ਅਗਲਾ ਹੈਗਾ ਡੈਲੀਗੇਟਸ ਨੋਨ ਪੋਟੈਂਟਸ ਡੈਲੀਗੇਰ, ਠੀਕ ਹੈ। ਇਸ ਦਾ ਮਤਲਬ ਹੈ USA ਦੇ ਰਾਜ ਦੇ ਵਿੱਚ ਕੌਨਸਟੀਟਿਊਸ਼ਨ ਵਿੱਚ ਇਸ ਦਾ ਕੋਈ ਵੀ ਹਵਾਲਾ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਵਿਧਾਨ ਪਾਲਿਕਾ ਕਾਰਜਪਾਲਿਕਾ ਨੂੰ ਆਪਣੀ ਸ਼ਕਤੀ ਸੌਂਪਦੀ ਹੈ। ਕਿਉਂਕਿ ਕਾਂਗਰਸ ਖੁਦ ਡੈਲੀਗੇਟ ਸੀ, ਤਾਂ ਫਿਰ ਵੀ ਉਹ ਆਪਣੀਆਂ ਸ਼ਕਤੀਆਂ ਕਿਵੇਂ ਸੌਂਪ ਸਕਦਾ ਹੈ? ਜੌਨ ਲੌਕ ਅਤੇ ਮੋਂਟੈਸਕਿਊ ਵਰਗੇ ਦਾਰਸ਼ਨਿਕਾਂ ਦੁਆਰਾ ਪ੍ਰਚਲਿਤ ਕੀਤੀ ਗਈ ਰਾਜਨੀਤਿਕ ਥਿਊਰੀ ਅਮਰੀਕੀ ਸੰਵਿਧਾਨ ਦੇ ਨਿਰਪੱਖਤਾ 'ਤੇ ਬਣੀ ਹੋਈ ਸੀ। ਜੌਨ ਲੌਕ ਨੇ ਕਿਹਾ ਹੈ ਕਿ ਇੱਕ ਵਿਧਾਨਕਾਰ ਕਾਨੂੰਨ ਬਣਾਉਣ ਦੀਆਂ ਆਪਣੀਆਂ ਸ਼ਕਤੀਆਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੌਂਪ ਸਕਦਾ ਅਤੇ ਨਾ ਹੀ ਇਸ ਨੂੰ ਕਿਤੇ ਰੱਖ ਸਕਦਾ ਹੈ। ਉਹਨਾਂ ਅੱਗੇ ਕਿਹਾ ਹੈ ਕਿ ਵੱਖਰੀ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਹੋਣੀ ਚਾਹੀਦੀ ਹੈ, ਕਿਉਂਕਿ ਜੇ ਕਾਨੂੰਨ ਬਣਾਉਣ ਅਤੇ ਕਾਨੂੰਨ ਨੂੰ ਲਾਗੂ ਕਰਨ ਦੀ ਸ਼ਕਤੀ ਇੱਕ ਹੱਥ ਵਿੱਚ ਹੈ ਤਾਂ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਅਤੇ ਇਹ ਲੋਕ ਉਸ ਸ਼ਕਤੀ ਦੀ ਵਰਤੋਂ ਉਹਨਾਂ ਨੂੰ ਉਸ ਕਾਨੂੰਨ ਤੋਂ ਛੋਟ ਦੇਣ ਅਤੇ ਆਪਣੇ ਨਿੱਜੀ ਲਾਭ ਲਈ ਕਰਦੇ ਹਨ। ਇਸ ਲਈ ਡੈਲੀਗੇਟਸ ਨਾਨ ਪੋਟੈਂਟਸ ਡੈਲੀਗੇਰ ਦਾ ਸਿਧਾਂਤ ਜੌਨ ਲੌਕ ਦੁਆਰਾ ਦਿੱਤਾ ਗਿਆ। ਇਸ ਦਾ ਅਰਥ ਉਹੀ ਹੈ ਜੋ ਅਸੀਂ ਉੱਪਰ ਦੱਸਿਆ ਹੈ, ਠੀਕ ਹੈ ਜੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਡੈਲੀਗੇਟਡ USA ਦੇ ਵਿੱਚ ਨਹੀਂ ਹੈ। USA ਰਾਜ ਦੁਆਰਾ ਸ਼ਕਤੀ ਦੇ ਵੱਖਰੇ ਹੋਣ ਨੂੰ ਅਪਣਾਉਣ ਦੇ ਕਾਰਨ ਵਿਧਾਨਕ ਸ਼ਕਤੀ ਸਿਰਫ ਕਾਂਗਰਸ ਦੇ ਹੱਥ ਵਿੱਚ ਸੌਂਪੀ ਗਈ ਹੈ। ਸਰਕਾਰ ਕਿਸੇ ਵੀ ਅੰਗ ਨੂੰ ਨਹੀਂ ਮੰਨਦੀ। ਅੱਗੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਾਂਗਰਸ ਨੂੰ ਹੀ ਸ਼ਕਤੀ ਅਮਰੀਕੀ ਸੰਵਿਧਾਨ ਦੁਆਰਾ ਸੌਂਪੀ ਗਈ ਹੈ, ਇਸ ਲਈ ਉਹ ਆਪਣੀ ਸ਼ਕਤੀ ਨੂੰ ਸੌਂਪ ਨਹੀਂ ਸਕਦੀ। ਇਸ ਦੇ ਵਿੱਚ ਇੱਕ ਕੇਸ ਲਾ ਸੀ ਫੀਲਡ ਵਰਸਜ ਕਲਾਰਕ। ਇਸ ਮਾਮਲੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਦੁਆਰਾ ਇਹ ਦੇਖਿਆ ਗਿਆ ਕਿ ਇੱਕ ਵਿਭਾਗ ਨੂੰ ਸੌਂਪੀ ਗਈ ਸ਼ਕਤੀ ਦੀ ਵਰਤੋਂ ਸਿਰਫ ਉਸ ਵਿਭਾਗ ਦੁਆਰਾ ਕਿਸੇ ਹੋਰ ਵਿਅਕਤੀ ਦੀ ਸ਼ਕਤੀ ਜਾਂ ਖੇਤਰ ਵਿੱਚ ਦਖਲ ਦੇ ਬਿਨਾਂ ਕੀਤੀ ਜਾਣੀ ਚਾਹੀਦੀ ਹੈ। ਪਰੰਤੂ ਅਮਰੀਕਾ ਦੀ ਸੁਪਰੀਮ ਕੋਰਟ ਦੇ ਕੁਝ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਕਿ ਗੈਰ ਵਿਧਾਨਕ ਸ਼ਕਤੀਆਂ ਜਿਵੇਂ ਕਿ ਨਿਯਮ ਬਣਾਉਣ ਦੀ ਸ਼ਕਤੀ ਜਾਂ ਅਰਧ ਵਿਧਾਨਕ ਸ਼ਕਤੀਆਂ ਵਿਧਾਨ ਸਭਾ ਦੁਆਰਾ ਕਾਰਜਕਾਰੀ ਨੂੰ ਸੌਂਪੀਆਂ ਜਾ ਸਕਦੀਆਂ ਹਨ, ਠੀਕ ਹੈ। ਇਸ ਲਈ ਅਮਰੀਕਾ ਵਿੱਚ ਡੈਲੀਗੇਟਡ ਕਾਨੂੰਨਾਂ ਬਾਰੇ
ਸਿੱਟਾ ਇਹ ਨਿਕਲਦਾ ਹੈ ਕਿ ਇਸ ਨੂੰ ਸਿਧਾਂਤਕ ਰੂਪ ਦੇ ਵਿੱਚ ਸਵੀਕਾਰ ਨਹੀਂ ਕੀਤਾ ਗਿਆ, ਪਰੰਤੂ ਅਮਲ ਵਿੱਚ ਵਿਧਾਨ ਸਭਾ ਨੇ ਕਾਨੂੰਨ ਬਣਾਉਣ ਦੀ ਸ਼ਕਤੀ ਕਾਰਜਪਾਲਿਕਾ ਨੂੰ ਸੌਂਪੀ ਗਈ ਹੈ। ਹਾਂਜੀ, ਹੁਣ ਅਸੀਂ ਇੰਗਲੈਂਡ ਦੀ ਸਥਿਤੀ ਜਾਣਦੇ ਹਾਂ। ਜਿਵੇਂ ਅਸੀਂ USA ਦੇ ਵਿੱਚ ਪੜ੍ਹਿਆ ਕਿ ਡੈਲੀਗੇਟਡ ਲੈਜਿਸਲੇਸ਼ਨ ਦੀ USA ਦੇ ਵਿੱਚ ਕੋਈ ਸਥਿਤੀ ਨਹੀਂ ਹੈ, ਉਹ ਡੈਲੀਗੇਟਡ ਲੈਜਿਸਲੇਸ਼ਨ, ਪਰੰਤੂ ਇੰਗਲੈਂਡ ਦੇ ਵਿੱਚ ਇਨ ਇੰਗਲੈਂਡ ਦਾ ਪਾਰਲੀਮੈਂਟ ਇਜ਼ ਸੁਪਰੀਮ ਕੋਰਟ ਐਂਡ ਦਿਸ ਇਜ਼ ਨੋ ਲਿਮਿਟ ਬਾਈ ਦਾ ਕੰਸਟੀਟਿਊਸ਼ਨ ਔਨ ਦਾ ਪਾਰਲੀਮੈਂਟ ਆਲਸੋ। ਇਸ ਦਾ ਮਤਲਬ ਇਹ ਹੈ ਕਿ ਇੰਗਲੈਂਡ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਲਿਮਟ ਨਹੀਂ ਹੈ ਡੈਲੀਗੇਟਡ ਲੈਜਿਸਲੇਸ਼ਨ ਦੇ ਉੱਤੇ। ਡੈਲੀਗੇਟਡ ਲੈਜਿਸਲੇਸ਼ਨ ਦਾ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ, ਇਸ ਕਰਕੇ ਡੈਲੀਗੇਟਡ ਲੈਜਿਸਲੇਸ਼ਨ ਇੰਗਲੈਂਡ ਦੇ ਵਿੱਚ ਹੈਗੀ ਹੈ। ਇਸ ਨੂੰ ਇਹ ਕਿਹਾ ਜਾ ਸਕਦਾ ਹੈ ਪਾਰਲੀਮੈਂਟ ਇਨ ਇੰਗਲੈਂਡ ਹੈਜ਼ ਵਾਈਡ ਪਾਵਰ ਆਫ ਡੈਲੀਗੇਟਿੰਗ ਇਨ ਲੈਜਿਸਲੇਟਿਵ ਪਾਵਰ ਟੂ ਦਾ ਐਗਜ਼ੀਕਿਊਟਿਵ ਔਰ ਅਦਰ ਸਬੋਰਡੀਨੇਟ ਬੋਡੀਜ਼। ਠੀਕ ਹੈ ਜੀ, ਮਤਲਬ ਉਸਦੇ ਕੋਲੇ ਬਹੁਤ ਜ਼ਿਆਦਾ ਪਾਵਰ ਨੇ ਆਪਣੀ ਕੀ ਹੈ ਪਾਵਰ ਨੂੰ ਡੈਲੀਗੇਟਡ ਕਰਨ ਦੀਆਂ ਕਿਸੇ ਦੂਸਰੇ ਅਥਾਰਟੀ ਦੇ ਕੋਲ। ਠੀਕ ਹੈ, ਜੇਕਰ ਹੁਣ ਅਸੀਂ ਇੰਡੀਆ ਦੀ ਪੋਜੀਸ਼ਨ ਦੀ ਗੱਲ ਕਰੀਏ, ਪੋਜੀਸ਼ਨ ਇਨ ਇੰਡੀਆ, ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਫੈਕਟ ਆਏ ਨੇ ਜਿਨ੍ਹਾਂ ਦੇ ਆਧਾਰ 'ਤੇ ਇਸ ਦਾ ਫੈਸਲਾ ਕੀਤਾ ਜਾਊਗਾ। ਇਸ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਹਾਂ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਅਤੇ ਇੰਡੀਪੈਂਡੈਂਸ ਤੋਂ ਬਾਅਦ, ਮਤਲਬ ਆਜ਼ਾਦੀ ਤੋਂ ਪਹਿਲਾਂ ਕਿਸ ਪ੍ਰਕਾਰ ਦੀ ਸਥਿਤੀ ਸੀ ਅਤੇ ਬਾਅਦ ਦੇ ਵਿੱਚ ਕਿਸ ਪ੍ਰਕਾਰ ਦੀ ਸਥਿਤੀ ਸੀ। ਇਸ ਨੂੰ ਟੂ ਫੇਸਿਸ ਦੇ ਵਿੱਚ ਵੰਡਿਆ ਗਿਆ। ਆਜ਼ਾਦੀ ਤੋਂ ਪਹਿਲਾਂ ਦੇ ਵਿੱਚ ਇੱਕ ਕੇਸ ਲਾਅ ਸੀਗਾ ਕੁਈਨ ਵਰਸਸ ਬੁਰਰਾ। ਇਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਓਨਲੀ ਕੰਡੀਸ਼ਨਲ ਲੈਜਿਸਲੇਸ਼ਨ ਹੈਜ਼ ਬੀਨ ਵੈਲੀਡੇਟਡ ਬਾਏ ਦਾ ਪ੍ਰੀਵੀ ਕਾਉਂਸਲ, ਮਤਲਬ ਪ੍ਰੀਵੀ ਕਾਉਂਸਲ ਦੁਆਰਾ ਸਿਰਫ ਕੰਡੀਸ਼ਨਲ ਲੈਜਿਸਲੇਸ਼ਨ ਜੋ ਹੁੰਦੀਆਂ ਸੀਗੀਆਂ, ਠੀਕ ਹੈ, ਉਹ ਕੀ ਹੈ ਕਾਨੂੰਨ ਬਣਾ ਸਕਦੀਆਂ ਸੀਗੀਆਂ। ਠੀਕ ਹੈ, administration of civil and criminal justice of territory can be vested in the hands of those officers who were appointed by the lieutenant governor फ्रॉम टाइम टू टाइम। कि गवर्नर ਦੁਆਰਾ ਜੋ ਟਾਈਮ ਟੂ ਟਾਈਮ ਆਫਿਸਰ ਅਪਾਇੰਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਕੀ ਹੈ ਇਹ ਸ਼ਕਤੀ ਦਿੱਤੀ ਜਾ ਸਕਦੀ ਹੈ ਸਬੋਰਡੀਨੇਟ ਏਜੰਸੀ ਦੇ ਆਧਾਰ। ਠੀਕ ਹੈ, ਇਹ ਸੀਗੀ ਪਹਿਲਾਂ ਦੀ ਸਥਿਤੀ। ਜੇਕਰ ਅਸੀਂ ਪੋਸਟ ਇੰਡੀਪੈਂਡੈਂਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਊਗਾ ਕਿ ਦਾ ਕਨਸਟੀਟਿਊਸ਼ਨ ਆਫ ਇੰਡੀਆ ਡਜ਼ ਨਾਟ ਪ੍ਰੋਵਾਈਡ ਸੇਮ ਪੋਜੀਸ਼ਨ ਐਜ਼ ਦਾ ਪ੍ਰੋਮੀਨੈਂਟ ਬ੍ਰਿਟਿਸ਼ ਪਾਰਲੀਮੈਂਟ। ਕਿ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਸੇਮ ਪੋਜੀਸ਼ਨ ਨਹੀਂ ਹੈ, ਕਿਉਂਕਿ ਇਹ ਸੰਵਿਧਾਨ ਵੱਖ-ਵੱਖ ਸੰਵਿਧਾਨਾਂ ਤੋਂ ਲਿਆ ਗਿਆ ਜੋ ਇੰਡੀਅਨ ਕਨਸਟੀਟਿਊਸ਼ਨ ਹੈ। ਠੀਕ ਹੈ, ਡੈਲੀਗੇਸ਼ਨ ਆਫ ਦਾ ਲੈਜਿਸਲੇਟਿਵ ਪਾਵਰ ਐਂਡ ਆਲਸੋ ਹਾਊ ਫਾਰ ਡੈਲੀਗੇਸ਼ਨ ਇਜ਼ ਪਰਮਿਸਿਬਲ ਹੈਜ਼ ਗੋਟ ਟੂ ਬੀ ਕਨਫਰਮਡ ਇਨ ਇੰਡੀਆ ਐਜ਼ ਏ ਮੈਟਰ ਆਫ ਕੰਸਟਰਕਸ਼ਨ ਫਰੋਮ ਦਾ ਐਕਸਪ੍ਰੈਸ ਪ੍ਰੋਵੀਜ਼ਨ ਆਫ ਦਾ ਇੰਡੀਆ ਕਨਸਟੀਟਿਊਸ਼ਨ। ਮਤਲਬ ਇਟ ਕੈਨੋਟ ਬੀ ਸੈਡ ਦੈਟ ਐਕਸਕਲੂਸਿਵ ਰਾਈਟ ਆਫ ਡੈਲੀਗੇਸ਼ਨ ਇਨਹੈਰਿਟਡ ਇਨ ਦਾ ਲੈਜਿਸਲੇਟਿਵ ਪਾਵਰ ਆਫ ਇਟਸ ਸੈਲਫ। ਕਿ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਸਮੇਂ ਦੇ ਆਧਾਰ ਤੇ ਮਤਲਬ ਦੇਖਿਆ ਜਾਊਗਾ ਕਿ ਡੈਲੀਗੇਟਡ ਜਿਹੜੀ ਲੈਜਿਸਲੇਸ਼ਨ ਹੈ ਉਸ ਨੂੰ ਟਰਾਂਸਫਰ ਕਰਨਾ ਹੈ ਜਾਂ ਨਾ। ਇੱਕ ਕੇਸ ਸੀਗਾ ਰਾਜ ਨਾਰਾਇਣ ਸਿੰਘ ਵਰਸਸ ਚੇਅਰਮੈਨ ਪਟਨਾ ਐਡਮਿਨਿਸਟ੍ਰੇਸ਼ਨ ਕਮੇਟੀ AIR। ਇਸ ਦੇ ਵਿੱਚ ਕੋਰਟ ਨੇ डिसाइड ਕੀਤਾ कि the Supreme Court of India upheld the delegation of power given to the executive by the legislature। कि जो legislature ਹੈ ਉਹ executive ਨੂੰ ਪਾਵਰ ਕੀ ਹੈ ਡੈਲੀਗੇਟ ਕਰ ਸਕਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਵੱਖ-ਵੱਖ ਪ੍ਰਕਾਰ ਦੇ ਕੇਸ ਲਾਅ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਨਿਰਣੇ ਦਿੱਤੇ ਗਏ ਨੇ। ਇਸ ਕਰਕੇ ਇਹਨਾਂ ਦੇ ਉੱਤੇ ਕੁਝ ਪ੍ਰਕਾਰ ਦੀਆਂ ਲਿਮਟ ਵੀ ਹੈਗੀਆਂ ਨੇ ਅਤੇ ਲਿਮਟ ਨਹੀਂ ਵੀ। ਇਸ ਤਰ੍ਹਾਂ ਇਹ ਸੀਗਾ ਸਾਡਾ ਕਨਸਟੀਟਿਊਸ਼ਨਲਿਟੀ ਆਫ ਡੈਲੀਗੇਟਡ ਲੈਜਿਸਲੇਸ਼ਨ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।